ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੇ ਯਾਤਰੀਆਂ ਦੀ ਗਿਣਤੀ ਹੋਈ ਦੁੱਗਣੀ। ਹੋਰ ਮਹਿੰਗੀਆਂ ਹੋਣਗੀਆਂ ਕੈਨੇਡਾ ਤੋਂ ਭਾਰਤ ਦੀਆਂ ਹਵਾਈ ਟਿਕਟਾਂ। ਭਾਰਤ ਵੱਲੋਂ ਚੀਨ ਵਿੱਚ ਮੈਡੀਕਲ ਸਿੱਖਿਆ ਦੇ ਚਾਹਵਾਨ ਵਿਦਿਆਰਥੀਆਂ ਲਈ ਐਡਵਾਈਜ਼ਰੀ। ਆਕਾਸਾ 에ਅਰ ਨੇ ਚੇਨਈ ਤੋਂ ਸ਼ੁਰੂ ਕੀਤੀ ਪਹਿਲੀ ਕਮਰਸ਼ੀਅਲ ਉਡਾਨ। ਅਮਰੀਕਾ ਵਿੱਚ 9/11 ਅੱਤਵਾਦੀ ਹਮਲੇ ਦੇ ਅੱਜ 21 ਸਾਲ ਪੂਰੇ। ਦਹਿਲ ਉੱਠਿਆ ਸੀ ਦੇਸ਼। ਤੇ ਹੁਣ ਖਬਰਾਂ ਦਾ ਵਿਸਥਾਰ। ਕੋਵਿਡ-19 ਦੇ ਮਾਮਲਿਆਂ ਵਿੱਚ ਕਮੀ ਆਉਣ ਤੋਂ ਬਾਅਦ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੋਂ ਯਾਤਰੀਆਂ ਦੀ ਗਿਣਤੀ ਵਿੱਚ ਹੌਲੀ-ਹੌਲੀ ਵਾਧਾ ਹੋ ਰਿਹਾ ਸੀ, ਪਰ ਅਗਸਤ 2022 ਵਿੱਚ ਯਾਤਰੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਦੇ CEO ਰਾਕੇਸ਼ ਰੰਜਨ ਸਹਾਏ ਨੇ ਕਿਹਾ ਕਿ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ ਤਿਉਹਾਰਾਂ ਦੇ ਸੀਜ਼ਨ ਵਿੱਚ ਯਾਤਰੀਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਉਮੀਦ ਹੈ ਕਿ ਯਾਤਰੀਆਂ ਦੀ ਗਿਣਤੀ 3 ਲੱਖ ਦੇ ਕਰੀਬ ਪਹੁੰਚ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਸਰਦੀਆਂ ਦੇ ਮੌਸਮ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਹੋ ਸਕਦੀਆਂ ਹਨ, ਜਿਸ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਹੋਰ ਵਧੇਗੀ। ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੇ ਘਰੇਲੂ ਉਡਾਨਾਂ ਦੇ ਸੰਚਾਲਨ ਵਿੱਚ ਵੀ ਵਾਧਾ ਹੋਇਆ ਹੈ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਘਰੇਲੂ ਉਡਾਨਾਂ ਦੀ ਆਵਾਜਾਈ ਦੀ ਗੱਲ ਕਰੀਏ ਤਾਂ ਇੱਕ ਦਿਨ ਵਿੱਚ ਲਗਭਗ 72 ਉਡਾਨਾਂ ਲੈਂਡ ਹੁੰਦੀਆਂ ਅਤੇ ਉਡਾਨ ਭਰਦੀਆਂ ਹਨ। ਇੰਨਾ ਹੀ ਨਹੀਂ, 2 ਅੰਤਰਰਾਸ਼ਟਰੀ ਉਡਾਨਾਂ ਵੀ ਉਡਾਨ ਭਰ ਰਹੀਆਂ ਨੇ। 2021 ਵਿੱਚ ਯਾਤਰੀਆਂ ਦੀ ਘਾਟ ਕਾਰਨ 2 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸਨ। ਕੈਨੇਡਾ ਤੋਂ ਭਾਰਤ ਦਾ ਸਫ਼ਰ ਹੋਰ ਮਹਿੰਗਾ ਹੋ ਰਿਹਾ ਹੈ ਅਤੇ ਆਪਣੇ ਜੱਦੀ ਮੁਲਕ ਗੇੜਾ ਲਾਉਣ ਦੇ ਇੱਛੁਕ ਪ੍ਰਵਾਸੀਆਂ ਜਾਂ ਭਾਰਤ ਤੋਂ ਕੈਨੇਡਾ ਆ ਰਹੇ ਕੌਮਾਂਤਰੀ ਵਿਦਿਆਰਥੀਆਂ ਨੂੰ ਵਧੇ ਹੋਏ ਰੇਟਾਂ ਤੇ ਟਿਕਟਾਂ ਖਰੀਦਣੀਆਂ ਪੈਣਗੀਆਂ। ਹਵਾਈ ਸਫ਼ਰ ਮਹਿੰਗਾ ਹੋਣ ਪਿੱਛੇ ਮੁੱਖ ਕਾਰਨ ਕੈਨੇਡਾ ਵਿੱਚ ਲਾਗੂ ਨਵੇਂ ਨਿਯਮ ਦੱਸੇ ਜਾਂਦੇ ਨੇ, ਜਿਨ੍ਹਾਂ ਤਹਿਤ ਫਲਾਈਟ ਰੱਦ ਹੋਣ ਦੀ ਸੂਰਤ ਵਿੱਚ 에ਅਰਲਾਈਨਸ ਬਗੈਰ ਕੋਈ ਬਹਾਨਾ ਬਣਾਏ ਮੁਸਾਫਰਾਂ ਨੂੰ ਨਕਦ ਮੁਆਵਜ਼ਾ ਅਦਾ ਕਰਨ ਲਈ ਪਾਬੰਦ ਕਰ ਦਿੱਤੀਆਂ ਗਈਆਂ ਨੇ। ਹਵਾਈ ਮੁਸਾਫਰਾਂ ਦੇ ਹੱਕਾਂ ਲਈ ਸਰਗਰਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਭਾਵੇਂ ਨਵੇਂ ਨਿਯਮਾਂ ਨਾਲ ਕੁਝ ਮੁਸਾਫਰਾਂ ਨੂੰ ਫਾਇਦਾ ਹੋਵੇਗਾ, ਪਰ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਹਰ ਮੁਸਾਫਿਰ ਨੂੰ ਇਸ ਦੀ ਕੀਮਤ ਚੁਕਾਉਣੀ ਹੋਵੇਗੀ। ਸਿਰਫ ਹਵਾਈ ਟਿਕਟਾਂ ਮਹਿੰਗੀਆਂ ਨਹੀਂ ਹੋਣਗੀਆਂ, ਬਲਕਿ ਫਲਾਈਟਸ ਦੀ ਗਿਣਤੀ ਵੀ ਘਟੇਗੀ। ਹੁਣ 에ਅਰਲਾਈਨਸ ਫਲਾਈਟ ਰੱਦ ਕਰਨ ਦਾ ਖਤਰਾ ਮੁੱਲ ਨਹੀਂ ਲੈ ਸਕਦੀਆਂ ਅਤੇ ਇਹਨਾਂ ਹਾਲਾਤ ਵਿੱਚ ਫਲਾਈਟਸ ਦੀ ਗਿਣਤੀ ਘਟਾਉਣਾ ਹੀ ਬਿਹਤਰ ਤਰੀਕਾ ਹੋਵੇਗਾ। 에ਅਰ ਪੈਸੇਂਜਰਸ ਰਾਈਟਸ ਦੇ ਬਾਨੀ ਅਤੇ ਪ੍ਰਧਾਨ ਗੈਬੋਰ ਲੁਕੈਸਸ ਨੇ ਕਿਹਾ ਕਿ ਨਵੇਂ ਨਿਯਮ ਹਵਾਈ ਮੁਸਾਫਰਾਂ ਵਾਸਤੇ ਫਾਇਦੇਮੰਦ ਨਹੀਂ, ਬਲਕਿ ਨੁਕਸਾਨਦੇਹ ਸਾਬਿਤ ਹੋਣਗੇ। ਭਾਰਤ ਨੇ ਚੀਨ ਵਿੱਚ ਮੈਡੀਕਲ ਪੜ੍ਹਾਈ ਕਰਨ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਉਹਨਾਂ ਘੱਟ ਪਾਸ ਫੀਸਦ ਦਰ, ਉੱਥੋਂ ਦੀ ਭਾਸ਼ਾ ਪੁੰਟੋਗੂਆ ਦਾ ਗਿਆਨ ਲਾਜ਼ਮੀ ਅਤੇ ਭਾਰਤ ਵਿੱਚ ਅਭਿਆਸ ਕਰਨ ਲਈ ਯੋਗ ਹੋਣ ਦੇ ਨਿਯਮਾਂ ਤੋਂ ਸਾਵਧਾਨ ਕੀਤਾ ਗਿਆ ਹੈ। ਇਹ ਐਡਵਾਈਜ਼ਰੀ ਇਸ ਲਈ ਜਾਰੀ ਕੀਤੀ ਗਈ ਹੈ ਕਿਉਂਕਿ ਕਰੋਨਾ ਕਾਰਨ ਬੀਜਿੰਗ ਵੱਲੋਂ ਵੀਜ਼ਿਆਂ ਤੇ ਰੋਕ ਲਾਉਣ ਕਾਰਨ ਚੀਨ ਦੇ ਮੈਡੀਕਲ ਕਾਲਜਾਂ ਵਿੱਚ ਪੜ੍ਹਦੇ ਹਜ਼ਾਰਾਂ ਬੱਚੇ ਇਸ ਸਮੇਂ ਆਪਣੇ ਘਰਾਂ ਵਿੱਚ ਫਸੇ ਹੋਏ ਹਨ। ਸਰਕਾਰੀ ਅਨੁਮਾਨ ਅਨੁਸਾਰ ਚੀਨ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਭਾਰਤ ਦੇ ਕਰੀਬ 23,000 ਵਿਦਿਆਰਥੀ ਸਿੱਖਿਆ ਲੈ ਰਹੇ ਹਨ। ਇਹਨਾਂ ਵਿੱਚੋਂ ਮੈਡੀਕਲ ਸਿੱਖਿਆ ਲੈਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਕੋਵਿਡ ਕਾਰਨ ਲਗਾਈਆਂ ਪਾਬੰਦੀਆਂ ਦੇ 2 ਸਾਲ ਬਾਅਦ ਹੁਣ ਚੀਨ ਨੇ ਕੁਝ ਚੁਣੇ ਹੋਏ ਵਿਦਿਆਰਥੀਆਂ ਨੂੰ ਵਾਪਸੀ ਲਈ ਵੀਜ਼ਾ ਦੇਣਾ ਸ਼ੁਰੂ ਕੀਤਾ ਹੈ। ਇਹਨਾਂ ਵਿੱਚੋਂ ਬਹੁਤੇ ਵਿਦਿਆਰਥੀਆਂ ਨੂੰ ਇਹ ਵੀ ਪਰੇਸ਼ਾਨੀ ਆ ਰਹੀ ਹੈ ਕਿ ਦੋਵੇਂ ਦੇਸ਼ਾਂ ਦਰਮਿਆਨ ਸਿੱਧੀਆਂ ਉਡਾਨਾਂ ਨਹੀਂ ਹਨ। ਇਸੇ ਦੌਰਾਨ ਚੀਨ ਦੇ ਮੈਡੀਕਲ ਕਾਲਜਾਂ ਨੇ ਭਾਰਤ ਸਣੇ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਦਾਖਲੇ ਸ਼ੁਰੂ ਕਰ ਦਿੱਤੇ ਹਨ। ਇੱਥੇ ਸੰਬੰਧ ਵਿੱਚ ਪੀਚਿੰਗ ਸਥਿਤ ਭਾਰਤੀ ਦੂਤਾਵਾਸ ਨੇ ਵੀਰਵਾਰ ਨੂੰ ਚੀਨ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਚੀਨ ਵਿੱਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਆਧਾਰ ਤੇ ਭਾਰਤ ਵਿੱਚ ਪ੍ਰੈਕਟਿਸ ਕਰਨ ਵਿੱਚ ਆ ਰਹੀਆਂ ਦਿੱਕਤਾਂ ਅਤੇ ਉਸ ਦੇ ਯੋਗ ਸੰਬੰਧੀ ਇਹ ਸਲਾਹ ਜਾਰੀ ਕੀਤੀ ਗਈ ਹੈ। ਇਸ ਵਿੱਚ ਅਹਿਮ ਗੱਲ ਇਹ ਹੈ ਕਿ ਸਾਲ 2015 ਤੋਂ 2021 ਤੱਕ ਭਾਰਤ ਵਿੱਚ ਪ੍ਰੈਕਟਿਸ ਕਰਨ ਲਈ ਕੇਵਲ 16% ਵਿਦਿਆਰਥੀ ਹੀ ਟੈਸਟ ਪਾਸ ਕਰ ਸਕੇ ਨੇ। ਦੇਸ਼ ਦੀ ਸਭ ਤੋਂ ਨਵੀਂ 에ਅਰਲਾਈਨ ਆਕਾਸਾ 에ਅਰ ਨੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ ਉਡਾਨਾਂ ਸ਼ੁਰੂ ਕਰ ਦਿੱਤੀਆਂ ਨੇ। ਸ਼ਹਿਰ ਕੰਪਨੀ ਦੇ ਨੈਟਵਰਕ ਵਿੱਚ 5ਵੇਂ ਨੰਬਰ ਤੇ ਹੈ। ਆਕਾਸਾ 에ਅਰ ਦੀ ਚੇਨਈ ਤੋਂ ਬੈਂਗਲੁਰੂ ਤੱਕ ਆਪਣੀ ਪਹਿਲੀ ਵਪਾਰਕ ਉਡਾਨ ਹੋਵੇਗੀ ਅਤੇ 2 ਸ਼ਹਿਰਾਂ ਵਿਚਕਾਰ ਹਰ ਦਿਸ਼ਾ ਵਿੱਚ ਰੋਜ਼ਾਨਾ 2 ਉਡਾਨਾਂ ਦਾ ਸੰਚਾਲਨ ਕਰੇਗੀ। 에ਅਰਲਾਈਨ 15 ਸਤੰਬਰ 2022 ਤੋਂ ਮੁੰਬਈ ਚੇਨਈ ਰੂਟ ਤੇ ਇੱਕ ਵਾਧੂ 에ਅਰਲਾਈਨ ਸ਼ੁਰੂ ਕਰੇਗੀ।
ਚੇਨਈ ਵਿੱਚ ਆਪਣੇ ਸੰਚਾਲਨ ਦਾ ਵਿਸਤਾਰ ਕਰੇਗੀ। ਇਸ ਦੇ ਨਾਲ ਹੀ 에ਅਰਲਾਈਨ ਨੇ 26 ਸਤੰਬਰ 2022 ਨੂੰ ਚੇਨਈ ਬੈਂਗਲੁਰੂ ਰੂਟ ਅਤੇ ਚੇਨਈ ਕੋਚੀ ਰੂਟ ਤੇ ਇੱਕ ਵਾਧੂ ਉਡਾਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਅਕਾਸਾ ਏਅਰ ਦੇ ਸਹਿ ਸੰਸਥਾਪਕ ਅਤੇ ਮੁੱਖ ਵਪਾਰਕ ਅਧਿਕਾਰੀ ਨੇ ਕਿਹਾ, ਅਸੀਂ ਅੱਜ ਸਾਡੇ ਨੈਟਵਰਕ ਦੇ 5ਵੇਂ ਸ਼ਹਿਰ ਚੇਨਈ ਤੋਂ ਵਪਾਰਕ ਉਡਾਨਾਂ ਦੀ ਸ਼ੁਰੂਆਤ ਦੇ ਨਾਲ ਇੱਕ ਨਵਾਂ ਮੀਲ ਪੱਥਰ ਹਾਸਿਲ ਕੀਤਾ ਹੈ। ਅੱਜ ਤੋਂ ਅਸੀਂ ਇਸ ਨਵੇਂ ਰੂਟ ਤੇ ਹਰ ਦਿਸ਼ਾ ਵਿੱਚ ਰੋਜ਼ਾਨਾ 2 ਉਡਾਨਾਂ ਪ੍ਰਦਾਨ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਅਗਲੇ 5 ਦਿਨਾਂ ਬਾਅਦ ਅਸੀਂ 15 ਸਤੰਬਰ ਤੋਂ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਤੋਂ ਚੇਨਈ ਵਿਚਕਾਰ ਉਡਾਨ ਸ਼ੁਰੂ ਕਰਕੇ ਆਪਣੇ ਨੈਟਵਰਕ ਨੂੰ ਮਜ਼ਬੂਤ ਕਰਾਂਗੇ। 26 ਸਤੰਬਰ ਨੂੰ ਚੇਨਈ ਕੋਚੀ ਮਾਰਗ ਦੀ ਸ਼ੁਰੂਆਤ ਨਾਲ ਸਾਡਾ ਨੈਟਵਰਕ ਹੋਰ ਮਜ਼ਬੂਤ ਹੋਵੇਗਾ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਵਿਸਤਾਰ ਦੇ ਨਾਲ ਕੰਪਨੀ ਦਾ ਪੂਰਾ ਫੋਕਸ ਆਪਣੇ ਗਾਹਕਾਂ ਨੂੰ ਸਸਤੀਆਂ ਦਰਾਂ ਤੇ 에ਅਰਲਾਈਨਾਂ ਪ੍ਰਦਾਨ ਕਰਨਾ ਹੈ। ਅਕਾਸਾ ਏਅਰ ਨੇ ਪਿਛਲੇ ਮਹੀਨੇ ਅਗਸਤ ਵਿੱਚ 2 ਜਹਾਜ਼ਾਂ ਨਾਲ ਆਪਣਾ ਵਪਾਰਕ ਸੰਚਾਲਨ ਸ਼ੁਰੂ ਕੀਤਾ ਸੀ। ਇਸ ਸਮੇਂ ਕੰਪਨੀ ਕੋਲ ਕੁੱਲ 4 ਜਹਾਜ਼ ਹਨ। ਕੰਪਨੀ ਦੀ ਕੋਸ਼ਿਸ਼ ਅਗਲੇ ਕੁਝ ਸਾਲਾਂ ਵਿੱਚ ਆਪਣੀ 에ਅਰਲਾਈਨ ਨੂੰ ਪੂਰੇ ਦੇਸ਼ ਵਿੱਚ ਲੈ ਜਾਣ ਦੀ ਹੈ। ਅਕਾਸਾ ਏਅਰ ਦੀ ਯੋਜਨਾ ਮਾਰਚ 2023 ਤੱਕ 18 ਜਹਾਜ਼ਾਂ ਅਤੇ ਅਗਲੇ 4 ਸਾਲਾਂ ਵਿੱਚ 72 ਜਹਾਜ਼ਾਂ ਤੱਕ ਵਧਾਉਣ ਦੀ ਹੈ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਤੇ ਅੱਜ ਦੇ ਦਿਨ ਹੀ 11 ਸਤੰਬਰ ਨੂੰ ਇੱਥੇ ਜਾਨਲੇਵਾ ਅੱਤਵਾਦੀ ਹਮਲਾ ਹੋਇਆ ਸੀ। ਅੱਤਵਾਦੀਆਂ ਨੇ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਕਰੀਬ 3000 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ ਨਾਲ ਅਮਰੀਕਾ ਹੀ ਨਹੀਂ ਬਲਕਿ ਪੂਰੀ ਦੁਨੀਆ ਦਹਿਲ ਗਈ ਸੀ। ਅੱਜ ਅਮਰੀਕਾ ਤੇ ਹੋਏ ਇਸ ਹਮਲੇ ਦੇ 21 ਸਾਲ ਪੂਰੇ ਹੋ ਗਏ ਨੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਫਰਸਟ ਲੇਡੀ ਜਿਲ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ 9/11 ਦੇ ਹਮਲਿਆਂ ਦੇ ਪੀੜਤਾਂ ਦੇ ਸਨਮਾਨ ਅਤੇ ਯਾਦ ਕਰਨ ਲਈ ਦੇਸ਼ ਭਰ ਦੀ ਯਾਤਰਾ ਕਰਨਗੇ। ਅੱਤਵਾਦੀਆਂ ਵੱਲੋਂ ਕੀਤੇ ਗਏ ਇਨ੍ਹਾਂ 4 ਹਮਲਿਆਂ ਵਿੱਚ 2977 ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚ 19 ਹਾਈਜੈਕਰ ਅੱਤਵਾਦੀ ਵੀ ਸ਼ਾਮਿਲ ਸਨ। ਮਰਨ ਵਾਲਿਆਂ ਵਿੱਚ 4 ਜਹਾਜ਼ਾਂ ਵਿੱਚ ਸਵਾਰ 246 ਲੋਕ, ਵਰਲਡ ਟ੍ਰੇਡ ਸੈਂਟਰ ਦੇ ਅੰਦਰ ਅਤੇ ਆਲੇ ਦੁਆਲੇ 2606 ਅਤੇ ਪੈਂਟਾਗਨ ਵਿੱਚ 125 ਲੋਕ ਸ਼ਾਮਿਲ ਸਨ। ਮਾਰੇ ਗਏ ਜ਼ਿਆਦਾਤਰ ਨਾਗਰਿਕ ਸਨ। ਇਸ ਦੇ ਨਾਲ ਹੀ ਰਾਹਤ ਅਤੇ ਬਚਾਅ ਕਾਰਜਾਂ ਦੌਰਾਨ 344 ਬਚਾਅ ਕਰਮਚਾਰੀ, 71 ਪੁਲਿਸ ਕਰਮਚਾਰੀ ਅਤੇ 55 ਫੌਜੀ ਜਵਾਨ ਮਾਰੇ ਗਏ। ਇਸ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ ਉਸਾਮਾ ਬਿਨ ਲਾਦਨ ਨੇ 19 ਅੱਤਵਾਦੀਆਂ ਨੂੰ ਸ਼ਾਮਿਲ ਕੀਤਾ ਸੀ। ਇਨ੍ਹਾਂ ਅੱਤਵਾਦੀਆਂ ਨੇ ਅਮਰੀਕੀ ਜਹਾਜ਼ਾਂ ਨੂੰ ਹਾਈਜੈਕ ਕੀਤਾ ਅਤੇ ਫਿਰ ਵਰਲਡ ਟ੍ਰੇਡ ਸੈਂਟਰ ਤੇ ਕ੍ਰੈਸ਼ ਕਰ ਦਿੱਤਾ ਅਤੇ ਦੋਵਾਂ ਇਮਾਰਤਾਂ ਵਿੱਚ 2 ਵੱਖ-ਵੱਖ ਜਹਾਜ਼ਾਂ ਕ੍ਰੈਸ਼ ਹੋਣ ਕਾਰਨ ਹਜ਼ਾਰਾਂ ਲੋਕ ਮਾਰੇ ਗਏ। ਇਸ ਦੇ ਨਾਲ ਹੀ ਸੈਂਕੜੇ ਲੋਕ ਗੰਭੀਰ ਜ਼ਖਮੀ ਹੋ ਗਏ। ਅੱਜ ਅਮਰੀਕਾ ਵਿੱਚ 9/11 ਦੇ ਅੱਤਵਾਦੀ ਹਮਲੇ ਨੂੰ 21 ਸਾਲ ਪੂਰੇ ਹੋ ਗਏ ਨੇ। ਇਸ ਦਿਨ ਨੂੰ ਅਮਰੀਕਾ ਲਈ ਕਾਲਾ ਦਿਨ ਕਿਹਾ ਜਾ ਸਕਦਾ ਹੈ। ਇਹ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ ਜੋ ਅਲ-ਕਾਇਦਾ ਦੁਆਰਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਅਫਗਾਨਿਸਤਾਨ ਵਿੱਚ ਬੈਠ ਕੇ ਉਸਾਮਾ ਬਿਨ ਲਾਦਨ ਨੇ ਇਸ ਦੀ ਰਚਨਾ ਕੀਤੀ ਸੀ। 11 ਸਤੰਬਰ 2001 ਦੀ ਸਵੇਰ ਨੂੰ ਅਲ-ਕਾਇਦਾ ਦੇ ਅੱਤਵਾਦੀਆਂ ਨੇ 4 ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਸੀ। ਉਹਨਾਂ ਦਾ ਮਕਸਦ ਵੱਖ-ਵੱਖ ਇਤਿਹਾਸਕ ਸਥਾਨਾਂ ਤੇ ਜਹਾਜ਼ ਨੂੰ ਕ੍ਰੈਸ਼ ਕਰਨਾ ਸੀ। ਪਹਿਲਾ ਜਹਾਜ਼ ਹਾਦਸਾ ਅਮਰੀਕਨ 에ਅਰਲਾਈਨਸ ਫਲਾਈਟ 11 ਤੇ ਵਾਪਰਿਆ ਜੋ ਨਿਊਯਾਰਕ ਸਿਟੀ ਵਿੱਚ ਸਵੇਰੇ 8:46 ਤੇ ਵਰਲਡ ਟ੍ਰੇਡ ਸੈਂਟਰ ਦੇ ਉੱਤਰੀ ਟਾਵਰ ਨਾਲ ਟਕਰਾ ਗਿਆ। ਠੀਕ 17 ਮਿੰਟ ਬਾਅਦ ਯੂਨਾਈਟਿਡ 에ਅਰਲਾਈਨਸ ਦੀ ਫਲਾਈਟ 175 ਦੱਖਣੀ ਟਾਵਰ ਨਾਲ ਟਕਰਾ ਗਈ। ਸਵੇਰੇ ਕਰੀਬ 9:37 ਤੇ ਅਮਰੀਕਨ 에ਅਰਲਾਈਨਸ ਦੀ ਫਲਾਈਟ 77 ਵਾਸ਼ਿੰਗਟਨ ਵਿੱਚ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨਾਲ ਟਕਰਾ ਗਈ ਅਤੇ ਚੌਥੀ ਹਾਈਜੈਕ ਫਲਾਈਟ 93 ਦਾ ਨਿਸ਼ਾਨਾ ਵਾਈਟ ਹਾਊਸ ਜਾਂ US ਕੈਪੀਟਲ ਦੀ ਇਮਾਰਤ ਵੱਲ ਸੀ, ਪਰ ਯਾਤਰੀਆਂ ਨਾਲ ਹੋਈ ਲੜਾਈ ਕਾਰਨ ਅੱਤਵਾਦੀਆਂ ਦੀ ਮੌਤ ਹੋ ਗਈ। ਜਹਾਜ਼ ਦਾ ਕੰਟਰੋਲ ਹੋ ਗਿਆ ਅਤੇ ਇਹ ਪੈਨਸਿਲਵੇਨੀਆ ਦੇ ਸੈਂਕਸਵਿਲੇ ਦੇ ਮੈਦਾਨਾਂ ਤੇ ਡਿੱਗ ਗਿਆ। ਦੱਖਣੀ ਕੈਲੀਫੋਰਨੀਆ ਵਿੱਚ ਪੁਲਿਸ ਨੇ 2 ਵਿਅਕਤੀਆਂ ਕੋਲੋਂ ਖਤਰਨਾਕ ਬੰਦੂਕਾਂ ਤਿਆਰ ਕਰਨ ਵਾਲਾ ਸਮਾਨ ਬਰਾਮਦ ਹੋਣ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਲਾਸ ਐਂਜਲਸ ਪੁਲਿਸ ਵਿਭਾਗ ਅਨੁਸਾਰ ਇਹ ਬਰਾਮਦਗੀ ਰੀਜਨਲ ਇਲੀਗਲ ਫਾਇਰ ਆਰਮਸ ਟ੍ਰੈਫਿਕਿੰਗ ਟੀਮ ਰਿਫਟ ਦੀ ਕੋਸ਼ਿਸ਼ ਸਦਕਾ ਸੰਭਵ ਹੋਈ ਹੈ। ਬਰਾਮਦ ਸਮਾਨ ਵਿੱਚ 200 ਬੰਦੂਕਾਂ ਦੇ ਫਰੇਮ, ਹੈਂਡਗਨ, ਸਲਾਈਡਸ, 2 ਅਸੌਲਟ ਹਥਿਆਰ, 1 ਰਾਈਫਲ, ਹਥਿਆਰਾਂ ਦੇ ਮੈਗਜ਼ੀਨ ਤੇ ਬੰਦੂਕਾਂ ਬਣਾਉਣ ਲਈ ਲੋੜੀਂਦੇ ਹੋਰ ਹਿੱਸੇ ਪੁਰਜ਼ੇ ਸ਼ਾਮਿਲ ਨੇ। ਅਮਰੀਕਾ ਵਿੱਚ ਇੱਧਰੋਂ ਉੱਧਰੋਂ ਜਾਂ ਆਨਲਾਈਨ ਹਿੱਸੇ ਪੁਰਜ਼ੇ ਖਰੀਦ ਕੇ ਬਣਾਈਆਂ ਜਾਂਦੀਆਂ ਬੰਦੂਕਾਂ ਨੂੰ ਗੋਸਟ ਗਨਸ ਕਿਹਾ ਜਾਂਦਾ ਹੈ। ਗੈਰ ਕਾਨੂੰਨੀ ਢੰਗ ਤਰੀਕੇ ਨਾਲ ਬਣਾਈਆਂ ਜਾਂਦੀਆਂ ਬੰਦੂਕਾਂ ਦਾ ਪਤਾ ਲਾਉਣਾ ਅਸੰਭਵ ਹੈ ਕਿਉਂਕਿ ਇਹਨਾਂ ਦਾ ਕੋਈ ਲੜੀ ਨੰਬਰ ਨਹੀਂ ਹੁੰਦਾ। ਇਹ ਬੰਦੂਕਾਂ ਖਤਰਨਾਕ ਹੋ ਸਕਦੀਆਂ ਨੇ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰੀਜਨਲ ਇਲੀਗਲ ਫਾਇਰ ਆਰਮਸ ਟ੍ਰੈਫਿਕਿੰਗ ਰਿਫਟ ਟੀਮ ਲਾਸ ਐਂਜਲਸ ਪੁਲਿਸ ਵਿਭਾਗ
ਨਾਰਕੋਟਿਕਸ ਡਿਵੀਜ਼ਨ, ਹੋਮਲੈਂਡ ਸਿਕਿਉਰਿਟੀ ਤੇ ਲਾਸ ਐਂਜਲਿਸ 에ਅਰਪੋਰਟ ਪੁਲਿਸ ਤੇ ਆਧਾਰਿਤ ਹੈ, ਜਿਸ ਨੇ 2 ਤਲਾਸ਼ੀ ਵਾਰੰਟ ਤਹਿਤ ਕਾਰਵਾਈ ਕਰਦਿਆਂ ਸੈਨ ਪੈਡਰੋ ਤੇ ਗਾਰਡੋਨਾ ਵਿੱਚ ਛਾਪੇਮਾਰੀ ਕੀਤੀ। ਪੁਲਿਸ ਅਨੁਸਾਰ ਇਹ ਤਲਾਸ਼ੀ ਵਾਰੰਟ ਰਿਫਟ ਦੁਆਰਾ ਕੀਤੀ ਗਈ। ਜਾਂਚ ਉਪਰੰਤ ਮਿਲੇ ਸਨ। ਰਿਫਟ ਟੀਮ ਇੱਕ ਵਿਦੇਸ਼ੀ ਨਾਗਰਿਕ ਦੁਆਰਾ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕੀਤੀਆਂ 11 ਬੰਦੂਕਾਂ ਬਰਾਮਦ ਕਰਨ ਦੀ ਕੋਸ਼ਿਸ਼ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤਹਿਤ ਪੈਡਰੋ ਤੇ ਗਾਰਡੇਨਾ ਵਿੱਚ 2 ਥਾਵਾਂ ਦੀ ਪਛਾਣ ਕੀਤੀ ਗਈ ਜਿੱਥੇ ਬੰਦੂਕਾਂ ਤਿਆਰ ਕੀਤੀਆਂ ਜਾਂਦੀਆਂ ਸਨ। ਪੁਲਿਸ ਅਨੁਸਾਰ ਗ੍ਰਿਫਤਾਰ ਵਿਅਕਤੀਆਂ ਵਿੱਚੋਂ ਇੱਕ ਵਿਰੁੱਧ ਗੈਰ ਕਾਨੂੰਨੀ ਅਸੌਲਟ ਹਥਿਆਰ ਬਣਾਉਣ ਤੇ ਦੂਸਰੇ ਵਿਰੁੱਧ ਬੰਦੂਕਾਂ ਤਿਆਰ ਕਰਨ ਲਈ ਕਾਨੂੰਨ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਗ੍ਰਿਫਤਾਰ ਵਿਅਕਤੀਆਂ ਦੇ ਨਾਂ ਨਸ਼ਰ ਨਹੀਂ ਕੀਤੇ ਨੇ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰਨ ਵਾਲੇ 6ਵੇਂ ਸ਼ੂਟਰ ਦੀਪਕ ਮੁੰਡੀ ਅਤੇ ਉਸ ਦੇ ਸਾਥੀਆਂ ਕਪਿਲ ਪੰਡਿਤ ਤੇ ਰਾਜਿੰਦਰ ਜੋਕਰ ਨੂੰ ਬੀਤੇ ਦਿਨ ਗ੍ਰਿਫਤਾਰ ਕਰ ਲਿਆ ਗਿਆ। ਇਸ ਸੰਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਅੱਜ ਇੱਥੇ ਪ੍ਰੈਸ ਕਾਨਫਰੰਸ ਕੀਤੀ ਗਈ। ਡੀਜੀਪੀ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜਲਦ ਹੀ ਇਸ ਕਤਲकांड ਦੇ ਮੁੱਖ ਸੂਤਰਧਾਰ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰਕੇ ਪੰਜਾਬ ਲਿਆਂਦਾ ਜਾਵੇਗਾ। ਮੀਡੀਆ ਨੂੰ ਸੰਬੋਧਨ ਕਰਦਿਆਂ ਡੀਜੀਪੀ ਨੇ ਕਿਹਾ ਕਿ ਦਿੱਲੀ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਦੀਪਕ ਮੁੰਡੀ, ਰਾਜਿੰਦਰ ਤੇ ਕਪਿਲ ਨੂੰ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਾਰੇ ਮੁਲਜ਼ਮ ਦੁਬਈ ਭੱਜਣ ਦੀ ਫਿਰਾਕ ਵਿੱਚ ਸਨ। ਡੀਜੀਪੀ ਨੇ ਕਿਹਾ ਕਿ ਫੇਕ ਪਾਸਪੋਰਟ ਜ਼ਰੀਏ ਮੁਲਜ਼ਮ ਵਿਦੇਸ਼ ਭੱਜਣ ਦਾ ਪਲਾਨ ਬਣਾ ਰਹੇ ਸਨ। ਡੀਜੀਪੀ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲकांड ਵਿੱਚ ਹੁਣ ਤੱਕ ਕੁੱਲ 23 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਅਤੇ 35 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਕੇਸ ਦੀ ਨਿਗਰਾਨੀ ਕਰ ਰਹੇ ਨੇ ਅਤੇ ਰਿਵਿਊ ਕਰਦੇ ਨੇ। ਉਹਨਾਂ ਦੱਸਿਆ ਕਿ ਰਾਜਿੰਦਰ ਜੋਕਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਾਂ ਤੇ ਵੀ ਪੂਰੀ ਤਰ੍ਹਾਂ ਨੱਥ ਪਾਈ ਜਾਵੇਗੀ। ਕਿੱਥੇ ਭਾਜਪਾ ਦੇ ਆਗੂ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਸਨ, ਪਰ ਸ਼ਨੀਵਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਜਪਾ ਆਗੂਆਂ ਨੇ ਪਾਰਟੀ ਵੱਲੋਂ ਹੀ ਨਿਯੁਕਤ ਕੀਤੇ ਪ੍ਰਧਾਨਾਂ ਵਿਰੁੱਧ ਮੋਰਚਾ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ 4 ਕੌਂਸਲਰਾਂ, 2 ਉਮੀਦ ਪ੍ਰਧਾਨਾਂ ਤੇ 2 ਮੰਡਲ ਪ੍ਰਧਾਨਾਂ ਨੇ ਪਾਰਟੀ ਪ੍ਰਧਾਨ ਸੁਸ਼ੀਲ ਸ਼ਰਮਾ ਦੇ ਗੰਭੀਰ ਦੋਸ਼ ਲਾਉਂਦਿਆਂ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਭਾਵੇਂ ਭਾਜਪਾ ਵਿੱਚ ਅਕਸਰ ਪਾਰਟੀ ਵੱਲੋਂ ਤਾਇਨਾਤ ਕੀਤੇ ਗਏ ਪ੍ਰਧਾਨ ਖਿਲਾਫ ਘੱਟ ਹੀ ਖੁੱਲ੍ਹ ਕੇ ਵਿਰੋਧ ਹੁੰਦਾ ਹੈ, ਪਰ ਜਲੰਧਰ ਵਿੱਚ ਜੋ ਕੁਝ ਵਾਪਰਿਆ ਉਸ ਨੇ ਭਾਜਪਾ ਵਿੱਚ ਹੜਕੰਪ ਮਚਾ ਦਿੱਤਾ ਹੈ। ਵੱਡਾ ਸਵਾਲ ਜੋ ਹਰ ਵਰਕਰ ਦੇ ਮਨ ਵਿੱਚ ਹੈ ਉਹ ਕੀ ਹੈ? ਆਖਿਰ ਇਨ੍ਹਾਂ ਅਹਿਮ ਅਹੁਦਿਆਂ ਤੇ ਬੈਠੇ ਲੋਕਾਂ ਨੇ ਅਚਾਨਕ ਪਾਰਟੀ ਕਿਉਂ ਛੱਡ ਦਿੱਤੀ? ਕਦੇ ਰੈਲੀਆਂ ਕਰਨ ਲਈ ਬੱਸਾਂ ਲੈ ਕੇ ਜਾਣ ਵਾਲੇ, ਕਦੇ ਵੱਡੇ ਲੀਡਰਾਂ ਨੂੰ ਖੁਦ ਚਾਹ ਪਾਣੀ ਪਿਲਾਉਣ ਵਾਲੇ ਤੇ ਮੀਟਿੰਗਾਂ ਵਿੱਚ ਦਰੀਆਂ ਤੱਕ ਵਿਛਾਉਣ ਵਾਲੇ ਲੋਕ ਪਾਰਟੀ ਤੋਂ ਦੂਰ ਕਿਉਂ ਹੋ ਗਏ? ਇਹ ਇੱਕ ਵੱਡਾ ਸਵਾਲ ਹੈ ਜੋ ਸਾਹਮਣੇ ਆ ਗਿਆ, ਜਿਸ ਲਈ ਪਾਰਟੀ ਦਾ ਪ੍ਰਧਾਨ ਹੀ ਨਹੀਂ ਸਗੋਂ ਸੂਬੇ ਦੀ ਸਮੁੱਚੀ ਟੀਮ ਜ਼ਿੰਮੇਵਾਰ ਹੈ। ਜਲੰਧਰ ਭਾਜਪਾ 'ਚ ਇਨ੍ਹਾਂ ਦਿਨਾਂ ਆਗੂਆਂ ਨੇ ਅਸਤੀਫੇ ਦਿੱਤੇ। ਉਹਨਾਂ 'ਚ ਜ਼ਿਆਦਾਤਰ ਪਾਰਟੀ ਵੱਲੋਂ ਉਹਨਾਂ ਨਾਲ ਸਟੈਂਡ ਨਾ ਲੈਣ ਤੋਂ ਦੁਖੀ ਹਨ। ਕੌਂਸਲਰ ਸਵੇਤਾ ਤੀਰ ਤੋਂ ਲੈ ਕੇ ਵਿਨੀਤ ਤੀਰ, ਸੌਰਭ ਸੇਠ ਵਰਗੇ ਆਗੂ ਭਾਜਪਾ ਵਿੱਚ ਹੋਣ ਕਾਰਨ ਪੁਲਿਸ ਕੋਲ ਦਰਜ ਕੇਸਾਂ ਦੀਆਂ ਤਰੀਕਾਂ ਭੁਗਤ ਰਹੇ ਨੇ, ਜਦਕਿ ਪਾਰਟੀ ਨੇ ਉਹਨਾਂ ਲਈ ਕਦੇ ਸਟੈਂਡ ਨਹੀਂ ਲਿਆ ਅਤੇ ਨਾ ਹੀ ਕੋਈ ਵਿਰੋਧ ਕੀਤਾ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੌਂਸਲਰ ਵੀਰੇਸ਼ ਮਿੰਟੂ ਨੂੰ ਅਧਰੰਗ ਦਾ ਅਟੈਕ ਆਇਆ ਸੀ, ਜਿਸ ਕਾਰਨ ਉਹ ਠੀਕ ਤਰ੍ਹਾਂ ਨਾਲ ਚੱਲਣ ਫਿਰਨ ਅਤੇ ਬੋਲਣ ਤੋਂ ਵੀ ਅਸਮਰਥ ਸਨ। ਉਹਨਾਂ ਤੇ ਵੈਸਟ ਦੀ ਸੀਟ ਹਾਰਨ ਦਾ ਵੀ ਠੀਕਰਾ ਭੰਨਿਆ ਗਿਆ। ਕੌਂਸਲਰ ਪਤੀ ਅਮਿਤ ਸੰਧਾ ਦੇ ਪਿਤਾ ਕਿਰਪਾਲ ਸਿੰਘ ਬੂਟੀ ਕਰੀਬ 2 ਸਾਲਾਂ ਤੋਂ ਬਿਮਾਰ ਹਨ, ਪਰ ਪਾਰਟੀ ਦਾ ਕੋਈ ਆਗੂ ਉਹਨਾਂ ਦਾ ਹਾਲ ਜਾਣਨ ਨਹੀਂ ਗਿਆ। ਅਜਿਹੀ ਸਥਿਤੀ ਵਿੱਚ ਜਿਸ ਪਾਰਟੀ ਲਈ ਵਰਕਰ ਕੰਮ ਕਰ ਰਿਹਾ ਹੈ, ਉਸ ਪਾਰਟੀ ਨੇ ਸਟੈਂਡ ਹੀ ਨਹੀਂ ਲੈਣਾ, ਉਹਨਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਨਾ ਹੋਣਾ, ਤਾਂ ਸ਼ਾਇਦ ਉਪਰੋਕਤ ਆਗੂਆਂ ਨੂੰ ਉੱਥੇ ਰਹਿਣ ਦਾ ਕੋਈ ਲਾਭ ਨਹੀਂ ਮਿਲਿਆ ਤੇ ਉਹ ਬਾਹਰ ਆ ਗਏ। ਜਲੰਧਰ ਭਾਜਪਾ ਵਿੱਚ ਕਈ ਅਜਿਹੇ ਨੇਤਾ ਨੇ ਜਿਨ੍ਹਾਂ ਦਾ ਪਾਰਟੀ ਪ੍ਰਤੀ ਦਹਾਕਿਆਂ ਦਾ ਸਮਰਪਣ ਹੈ। ਬੂਥ ਮੈਂਬਰ ਤੋਂ ਲੈ ਕੇ ਕਈ ਆਗੂ ਮੰਡਲ ਪੱਧਰ ਤੱਕ ਪਹੁੰਚੇ। ਅਜਿਹੇ ਕਿਸੇ ਵੀ ਜ਼ਮੀਨ ਤੋਂ ਉੱਠੇ ਨੇਤਾ ਨੂੰ ਪ੍ਰਧਾਨ ਨਾ ਬਣਾ ਕੇ ABVP ਤੋਂ ਆਏ ਸੁਸ਼ੀਲ ਸ਼ਰਮਾ ਨੂੰ ਪਾਰਟੀ ਦੀ ਕਮਾਨ ਸੌਂਪ ਦਿੱਤੀ। ਇੱਥੋਂ ਤੱਕ ਕਿ ਉਹਨਾਂ ਨੂੰ ਪਾਰਟੀ ਵਿੱਚ ਜ਼ਮੀਨੀ ਪੱਧਰ ਤੇ ਕੰਮ ਕਰਨ ਦਾ ਬਹੁਤ ਘੱਟ ਤਜਰਬਾ ਸੀ। ਸੁਸ਼ੀਲ ਸ਼ਰਮਾ ਨੂੰ ਸੂਬੇ ਦੇ ਇੱਕ ਵੱਡੇ ਪਾਰਟੀ ਨੇਤਾ ਦੇ ਨੇੜੇ ਹੋਣ ਦਾ ਫਾਇਦਾ ਹੋਇਆ ਤੇ ਇੱਥੇ ਹੀ ਪਾਰਟੀ ਨੇ ਗਲਤੀ ਕੀਤੀ। ਪੰਜਾਬ ਦੇ ਜਲੰਧਰ ਵਿੱਚ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਨੇ, ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਕੌਂਸਲਰਾਂ ਤੇ ਹੋਰ ਆਗੂਆਂ ਨੇ ਅਸਤੀਫੇ ਦਿੱਤੇ ਨੇ, ਉਸ ਤੋਂ ਸਾਫ਼ ਹੈ ਕਿ ਜਲੰਧਰ ਵਿੱਚ ਸਮਾਂ ਆਉਣ ਵਾਲਾ ਭਾਜਪਾ ਲਈ ਕੋਈ ਬਿਹਤਰ ਨਹੀਂ ਹੈ। ਅਜਿਹਾ ਨਹੀਂ ਕਿ ਇਨ੍ਹਾਂ ਆਗੂਆਂ ਦੇ ਅਸਤੀਫੇ ਤੋਂ ਬਾਅਦ ਸਭ ਕੁਝ ਸ਼ਾਂਤ ਹੋ ਗਿਆ, ਸਗੋਂ ਭਾਜਪਾ ਵਿੱਚ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ ਜੋ ਕਿਸੇ ਵੇਲੇ ਵੀ ਵੱਡੇ ਝੱਖੜ ਦਾ ਕਾਰਨ ਬਣ ਸਕਦੀ ਹੈ। ਅਜੇ ਵੀ ਕਈ ਅਜਿਹੇ ਆਗੂ ਹਨ ਜੋ ਪਾਰਟੀ ਦੇ ਕਈ ਵੱਡੇ ਅਹੁਦੇਦਾਰਾਂ ਦੇ ਰਵੱਈਏ ਤੋਂ ਖੁਸ਼ ਨਹੀਂ ਹਨ।
ਸੂਬੇ ਨੂੰ ਪ੍ਰਗਤੀਸ਼ੀਲ ਨਵੀਨਤਮ ਅਤੇ ਟਿਕਾਊ ਉਦਯੋਗਿਕ ਤੇ ਕਾਰੋਬਾਰੀ ਵਾਤਾਵਰਣ ਪ੍ਰਣਾਲੀ ਰਾਹੀਂ ਵਪਾਰ ਲਈ ਸਭ ਤੋਂ ਤਰਜੀਹੀ ਸਥਾਨ ਵਜੋਂ ਉਭਾਰਨ ਦੀ ਦੂਰਦ੍ਰਿਸ਼ਟੀ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ 2022 ਦੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸੰਬੰਧੀ ਫਾਈਲ ਨੂੰ ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਮਨਜ਼ੂਰੀ ਦੇ ਦਿੱਤੀ। ਮੁੱਖ ਮੰਤਰੀ ਨੇ ਉਦਯੋਗ ਵਿਭਾਗ ਨੂੰ ਵੈਬਸਾਈਟ www.punjabindustries.gov.in ਤੇ ਇਹ ਨੀਤੀ ਅਪਲੋਡ ਕਰਕੇ ਉਦਯੋਗਿਕ ਭਾਈਚਾਰੇ ਦੇ ਸੁਝਾਅ ਮੰਗਣ ਦੇ ਆਦੇਸ਼ ਦਿੱਤੇ ਨੇ। ਉਹਨਾਂ ਕਿਹਾ ਕਿ ਪਾਲਿਸੀ ਸੰਬੰਧੀ ਸੁਝਾਅ suggestions.ind@punjab.gov.in ਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਨੇ ਅਤੇ ਪੋਰਟਲ ਤੇ ਵੀ ਪਾਏ ਜਾ ਸਕਦੇ ਨੇ। ਭਗਵੰਤ ਮਾਨ ਨੇ ਕਿਹਾ ਕਿ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਦੇ ਨਾਲ-ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਨੀਤੀ ਦਾ ਖਰੜਾ ਹਰ ਪਹਿਲੂ ਨੂੰ ਵਿਚਾਰ ਕੇ ਤਿਆਰ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨੀਤੀ ਦਾ ਮਕਸਦ ਉਦਯੋਗਿਕ ਵਿਕਾਸ ਦੇ ਰੋਜ਼ਗਾਰ ਦੇ ਮੌਕੇ ਸਿਰਜਣ ਵਿੱਚ ਤੇਜ਼ੀ ਲਿਆ ਕੇ ਪੰਜਾਬ ਨੂੰ ਨਿਵੇਸ਼ ਲਈ ਤਰਜੀਹੀ ਸਥਾਨ ਵਜੋਂ ਉਭਾਰਨਾ ਹੈ। ਉਹਨਾਂ ਅੱਗੇ ਕਿਹਾ ਕਿ ਇਹ ਨੀਤੀ ਸਟਾਰਟਅਪ ਦੇ ਵਿਕਾਸ ਦੀ ਗਤੀ ਵਿੱਚ ਵੀ ਤੇਜ਼ੀ ਲਿਆਵੇਗੀ ਅਤੇ ਨਵੀਨਤਮ ਮੁਕਾਬਲੇਬਾਜ਼ੀ ਵਿੱਚ ਸੁਧਾਰ ਅਤੇ ਸਮਰੱਥਾ ਨੂੰ ਵਧਾ ਕੇ ਉੱਦਮਤਾ ਨੂੰ ਹੁਲਾਰਾ ਦੇਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਨੀਤੀ ਸੂਖਮ ਛੋਟੇ ਤੇ ਦਰਮਿਆਨ ਉਦਯੋਗਾਂ ਦੇ ਵਿਕਾਸ ਦੀ ਰਫ਼ਤਾਰ ਵਿੱਚ ਵੀ ਤੇਜ਼ੀ ਲਿਆਵੇਗੀ ਅਤੇ ਉਦਯੋਗ ਲਈ ਗੁਣਵੱਤਾ ਅਤੇ ਕਿਫਾਇਤੀ ਬਿਜਲੀ ਸਮੇਤ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਵਿਕਸਿਤ ਕਰੇਗੀ। ਮੇਘਾਲਿਆ ਦੇ ਰਾਜਪਾਲ ਸਤਪਾਲ ਮਲਿਕ ਨੇ ਇੱਕ ਵਾਰ ਫਿਰ ਮੋਦੀ ਸਰਕਾਰ ਤੇ ਹਮਲਾ ਬੋਲਦਿਆਂ ਵੱਡਾ ਬਿਆਨ ਦਿੱਤਾ। ਉਹਨਾਂ ਕਿਹਾ ਕਿ ਮੈਨੂੰ ਵੀ ਇਹ ਇਸ਼ਾਰੇ ਮਿਲੇ ਸਨ ਕਿ ਜੇ ਮੈਂ ਚੁੱਪ ਹੋ ਜਾਵਾਂ ਤਾਂ ਉਪ ਰਾਸ਼ਟਰਪਤੀ ਬਣਾ ਦੇਣਗੇ, ਪਰ ਮੈਂ ਕਹਿ ਦਿੱਤਾ ਮੈਂ ਐਸਾ ਨਹੀਂ ਕਰਾਂਗਾ। ਉਹਨਾਂ ਕਿਹਾ ਕਿ ਬੀਜੇਪੀ ਵਿੱਚ ਕਾਫੀ ਲੋਕ ਅਜਿਹੇ ਨੇ ਜਿਨ੍ਹਾਂ ਤੇ ਈਡੀ, ਸੀਬੀਆਈ, IET ਦੇ ਛਾਪੇ ਪੈ ਸਕਦੇ ਨੇ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹਨਾਂ ਬੀਜੇਪੀ ਲੋਕਾਂ ਤੇ ਵੀ ਛਾਪੇ ਪਾਉਣੇ ਚਾਹੀਦੇ ਨੇ। ਮਲਿਕ ਨੇ ਇਹ ਵੀ ਕਿਹਾ ਕਿ ਉਹ ਰਾਜਪਾਲ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਕਿਸਾਨਾਂ ਵਿੱਚ ਜਾਣਗੇ। ਸਤਪਾਲ ਮਲਿਕ ਐਤਵਾਰ ਨੂੰ ਰਾਜਸਥਾਨ ਦੌਰੇ ਤੇ ਆਏ ਹਨ। ਉਹ ਇੱਥੇ ਝੁੰਝਨੂ ਜ਼ਿਲ੍ਹੇ ਦੇ ਬਾਗੜ ਇਲਾਕੇ ਵਿੱਚ ਪਹੁੰਚੇ ਸਨ। ਮੇਘਾਲਿਆ ਦੇ ਰਾਜਪਾਲ ਮਲਿਕ ਆਪਣੇ ਤਿੱਖੇ ਰਵੱਈਏ ਲਈ ਜਾਣੇ ਜਾਂਦੇ ਨੇ। ਇਸ ਵਾਰ ਉਹਨਾਂ ਨੇ ਉਪ ਰਾਸ਼ਟਰਪਤੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਪਾਲ ਮਲਿਕ ਨੇ ਕਿਹਾ ਜਗਦੀਪ ਧਨਖੜ ਇਸ ਅਹੁਦੇ ਦੇ ਹੱਕਦਾਰ ਹਨ, ਪਰ ਮੈਨੂੰ ਇਹ ਵੀ ਇਸ਼ਾਰੇ ਦਿੱਤੇ ਗਏ ਹਨ ਕਿ ਜੇ ਮੈਂ ਸੱਚ ਬੋਲਣਾ ਬੰਦ ਕਰ ਦਿਆਂ ਤਾਂ ਮੈਨੂੰ ਉਪ ਰਾਸ਼ਟਰਪਤੀ ਬਣਾ ਦੇਣਗੇ, ਪਰ ਮੈਂ ਕਿਹਾ ਮੈਂ ਅਜਿਹਾ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਮੈਂ ਜੋ ਵੀ ਮਹਿਸੂਸ ਕਰਦਾ ਮੈਂ ਬੋਲਦਾ, ਭਾਵੇਂ ਇਸ ਲਈ ਮੈਨੂੰ ਕੁਝ ਵੀ ਛੱਡਣਾ ਪਵੇ। ਮਲਿਕ ਨੇ ਦੇਸ਼ ਵਿੱਚ ਗੈਰ ਭਾਜਪਾ ਨੇਤਾਵਾਂ ਤੇ ED, IT ਅਤੇ CBI ਦੇ ਛਾਪਿਆਂ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ। ਉਹਨਾਂ ਕਿਹਾ ਕਿ ਭਾਜਪਾ ਵਿੱਚ ਕਈ ਅਜਿਹੇ ਲੋਕ ਹਨ ਜਿਨ੍ਹਾਂ ਤੇ ਹੁਣ ਤੱਕ ED, IT ਅਤੇ CBI ਦੇ ਛਾਪੇ ਮਾਰੇ ਜਾਣੇ ਚਾਹੀਦੇ ਸਨ, ਪਰ ਅਜਿਹਾ ਨਹੀਂ ਹੋਇਆ। ਇਹੀ ਕਾਰਨ ਹੈ ਕਿ ਇਹਨਾਂ ਏਜੰਸੀਆਂ ਨੂੰ ਲੈ ਕੇ ਦੇਸ਼ ਵਿੱਚ ਵੱਖਰਾ ਮਾਹੌਲ ਬਣ ਗਿਆ। ਮਲਿਕ ਨੇ ਕਿਹਾ ਸਰਕਾਰ ਨੂੰ ਵੀ ਆਪਣੇ ਲੋਕਾਂ ਦੇ ਖਿਲਾਫ ਕੁਝ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਏਜੰਸੀਆਂ ਨੂੰ ਲੈ ਕੇ ਦੇਸ਼ ਵਿੱਚ ਬਣਿਆ ਮਾਹੌਲ ਠੀਕ ਰਹਿ ਸਕੇ। ਸਤਪਾਲ ਮਲਿਕ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਤਾਰੀਫ ਕੀਤੀ। ਉਹਨਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਇੱਕ ਨੌਜਵਾਨ ਆਪਣੀ ਪਾਰਟੀ ਲਈ ਕੰਮ ਕਰ ਰਿਹਾ ਹੈ, ਇੱਕ ਨੇਤਾ ਪੈਦਲ ਚੱਲ ਰਿਹਾ ਹੈ, ਜਦਕਿ ਅੱਜ ਦੇ ਸਮੇਂ ਵਿੱਚ ਅਜਿਹਾ ਕੋਈ ਨਹੀਂ ਕਰਦਾ। ਜਨਤਾ ਦੱਸੇਗੀ ਕਿ ਉਹਨਾਂ ਦੀ ਭਾਰਤ ਜੋੜੋ ਯਾਤਰਾ ਤੋਂ ਕੀ ਸੰਦੇਸ਼ ਜਾਂਦਾ ਹੈ, ਪਰ ਉਹ ਵਧੀਆ ਕੰਮ ਕਰਦੇ ਜਾਪਦੇ ਨੇ। ਮਲਿਕ ਨੇ ਕਿਹਾ ਕਿ ਰਾਜਪਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਉਹ ਕਿਸਾਨਾਂ ਦੀ ਲੜਾਈ ਵਿੱਚ ਉਹਨਾਂ ਦਾ ਸਾਥ ਦੇਣਗੇ। ਕਿਸਾਨ ਨੂੰ ਮੂਰਖ ਸਮਝਣ ਦੀ ਗਲਤੀ ਕੀਤੀ ਜਾ ਰਹੀ ਹੈ। ਕਿਸਾਨ ਅੰਦੋਲਨ ਨਾਲ ਜੁੜੇ ਲੋਕ ਵੀ ਹੁਸ਼ਿਆਰ ਨੇ। ਮੈਂ ਉਹਨਾਂ ਦੀ ਮਦਦ ਕਰਨ ਲਈ ਪੂਰੀ ਕੋਸ਼ਿਸ਼ ਕਰਾਂਗਾ। ਜਿੱਥੇ ਵੀ ਕਿਸਾਨਾਂ ਦੀ ਲੜਾਈ ਹੋਵੇਗੀ ਮੈਂ ਉੱਥੇ ਜਾਵਾਂਗਾ। ਭਾਰਤੀ ਰੁਪਈਆ ਜੋ ਕੈਲੰਡਰ ਸਾਲ 2022 ਦੀ ਸ਼ੁਰੂਆਤ ਤੋਂ ਲਗਾਤਾਰ ਡਿੱਗ ਰਿਹਾ ਸੀ ਅਤੇ ਕਈ ਵਾਰ ਹੇਠਲੇ ਪੱਧਰ ਨੂੰ ਛੂਹ ਗਿਆ ਸੀ, ਦਾ ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ ਨੂੰ ਖਰਚ ਕਰਕੇ ਕਈ ਵਾਰ ਸਮਝਦਾਰੀ ਨਾਲ ਬਚਾਓ ਕੀਤਾ। HDFC ਸਿਕਿਉਰਿਟੀਜ਼ ਦੇ ਰਿਸਰਚ ਐਨਾਲਿਸਟ ਦਲੀਪ ਪਰਮਾਰ ਨੇ ਕਿਹਾ ਕੇਂਦਰੀ ਬੈਂਕ ਵੱਲੋਂ ਡਾਲਰ ਦੀ ਮੰਗ ਸਪਲਾਈ ਦੇ ਪਾੜੇ ਨੂੰ ਭਰਨ ਨਾਲ ਵਿਦੇਸ਼ੀ ਕਰੰਸੀ ਭੰਡਾਰ ਵਿੱਚ ਗਿਰਾਵਟ ਦੇ ਮੱਦੇਨਜ਼ਰ RBI ਨੇ ਪਿਛਲੇ ਕੁਝ ਸਾਲਾਂ ਵਿੱਚ ਇਨਫਲੋ ਅਤੇ ਆਊਟਫਲੋ ਬਹੁਤ ਵਧੀਆ ਢੰਗ ਨਾਲ ਮੈਨੇਜ ਕੀਤਾ ਹੈ। LKP ਸਿਕਿਉਰਿਟੀਜ਼ ਦੇ VP ਰਿਸਰਚ ਐਨਾਲਿਸਟ ਜਤਿਨ ਤ੍ਰਿਵੇਦੀ ਨੇ ਕਿਹਾ ਆਊਟਫਲੋ ਗਲੋਬਲ ਰਿਹਾ ਕਿਉਂਕਿ ਸਾਰੀਆਂ ਜੋਖਮ ਭਰੀਆਂ ਜਾਇਦਾਦਾਂ ਵਿੱਚ ਇਕਵਿਟੀ ਸਮੇਤ ਬਿਕਵਾਲੀ ਵੇਖੀ ਗਈ। ਧਾਤੂ ਖੇਤਰ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਕਿਉਂਕਿ ਅਮਰੀਕਾ ਵਿੱਚ ਮੰਦੀ ਦੇ ਸੰਕੇਤ ਦੇ ਨਾਲ ਕਾਗਜ਼ ਤੇ ਮੰਦੀ ਨਾਲ ਅਮਰੀਕਾ ਵਿੱਚ ਬੈਕ ਟੂ ਬੈਕ ਕਮ GDP ਅੰਕੜਿਆਂ ਨੇ ਸਮੁੱਚੇ ਨਕਦੀ ਪ੍ਰਵਾਹ ਨੂੰ ਡਾਲਰ ਵਿੱਚ ਤਬਦੀਲ ਕਰ ਦਿੱਤਾ ਹੈ। ਮੰਦੀ ਦੇ ਸਮੇਂ ਵਿੱਚ ਉੱਚੇ ਮਹਿੰਗਾਈ ਦੇ ਅੰਕੜਿਆਂ ਨੂੰ ਹਰਾਉਣ ਲਈ ਡਾਲਰ ਸਭ ਤੋਂ ਵਧੀਆ ਦਾਅ ਹੈ।
त्रिवेदी ने कहा कि इस तो पिछले कुछ महीनों में FBIFII वालों आउटफ्लो होया, जिस कारण रुपया कमज़ोर होया, पर चालू वित्ती साल के मुकाबले रुपये में गिरावट बहुत घट रही, क्योंकि रुपये में 5%, यूरो में 10%, पाउंड की गिरावट देखी गई। अमरीकी डॉलर और जापानी येन में 15% का वाधा होया। पिछले कुछ महीनों में रुपये में कई मौकों पर गिरावट दर्ज की गई। 29 अगस्त को यह अमरीकी करंसी और कच्चे तेल दीयां मजबूत कीमतां कारण डॉलर के मुकाबले 80.15 के सब तो हेठले पद्धर से पहुँच गया सी। रुपये में गिरावट घरेलू चिंतावां की बजाय ग्लोबल चिंतावां कारण है। विश्व पद्धर से मंदी की चिंता सी। ग्लोबल केंद्रीय बैंक दीयां नीतियां और सुरक्षित पनाहगाहां वल वधन के कारण ज़्यादातर करंसियों के मुकाबले डॉलर को उच्चा कर दिता। ब्रिटेन में सब तो लंबे समय तक राज करने वाली महारानी एलिजाबेथ II के देहांत तो बाद सोशल मीडिया से कोहिनूर हीरा भारत को वापस करने की मंग फिर तो उठ रही है। महारानी के बेटे प्रिंस चार्ल्स के राजगद्दी संभालने के नाल ही 105 कैरेट का हीरा उन्होंने पत्नी डचेस कॉर्नवाल कैमिला कोल जाएगा। कोहिनूर एक वड्डा बेरंग हीरा है जो 14वीं सदी की शुरुआत में दक्षिणी भारत में मिलिया सी। ये बस्तीवादी दौर दौरान ब्रिटेन के हथ में आ गया सी अते हुण इतिहासिक मालकी विवाद का विषय बनया होया है, जिससे भारत समेत घट तो घट 4 देश दावा करते हैं। महारानी के देहांत तो बाद सोशल मीडिया से कोहिनूर को वापस लियाउण लई मंगां विच कुछ ट्विटर खपतकारां ने गंभीरता नाल यह गल रखी, तां कुछ ने मजाकिया अंदाज नाल इस मुद्दे नूं चुक्या। भारतीय पुरातत्व सर्वेखण ने कुछ साल पहला एक RTI के जवाब में कहा सी कि लगभग 170 साल पहला लाहौर के महाराजा ने इंग्लैंड की महारानी अगे चुक के कोहिनूर हीरा उन्होंने सौंपया सी अते ये अंग्रेज़ों को नहीं सौंपया गया सी। हालांकि सुप्रीम कोर्ट में भारत सरकार का पक्ष ये सी कि लगभग 20 करोड़ डॉलर की कीमत वाला यह हीरा ना तो चोरी किया गया अते ना ही अंग्रेज़ हाकम इसनूं जबरदस्ती लैके गए, सगों पंजाब के साबका हाकमां ने इसनूं ईस्ट इंडिया कंपनी नूं दे दिता सी। कांग्रेस सांसद शशि थरूर ने किताब एन एरा ऑफ डार्कनेस किताब दे विच लिखिया कि कोहिनूर नूं किसी समय दुनिया का सब तो वड्डा हीरा होने का दावा किया गया सी, जिसका भार 158.6 ग्राम सी। मन्निया जाता है कि सब तो पहला यह हीरा 13वीं सदी में आंध्र प्रदेश के गुंटूर नेड़े मिलिया सी। कुछ माहरां का कहना है कि नादिर शाह ने हीरे का नाम कोहिनूर रखिया सी। भारत सरकार कई बार कोहिनूर को वापस करने की मांग करती रही है। सब तो पहला इस संबंध में मंग 1947 में की गई सी। हालांकि ब्रिटिश सरकार भारत के कोहिनूर के दाव्यां नूं खारिज करती रही है। पंजाब के मुख्यमंत्री भगवंत मान ने अज भारत की राष्ट्रपति द्रौपदी मुर्मू नूं सूबे का दौरा करने का सद्दा दिता। मुख्यमंत्री ने अज सवेरे राष्ट्रपति भवन विखे राष्ट्रपति नाल मुलाकात की और उन्होंने महान गुरुआं संतां पीरां और पैगंबरां की धरती पंजाब आउण का सद्दा दिता। मुख्यमंत्री ने राष्ट्रपति मुर्मू नूं दस्सिया कि पंजाब सभ्यता का पंगूड़ा होने के नाल नाल इसकी अमीर सभ्याचारक विरासत है, जिसका एहसास इस पवित्र धरती के दर्शन करके ही किया जा सकता है। उन्होंने कहा कि भारत के राष्ट्रपति नूं पंजाबियों की निੱਘੀ मेहमान नवाजी का आनंद माणन के नाल नाल इसकी शानदार सभ्याचारक विरासत नूं देखण लई लाजमी तौर पर सूबे का दौरा करना चाहिए। भगवंत मान ने कहा कि पंजाब आउण ते देश के राष्ट्रपति का समूचे सूबा निवासियों वालों निघा स्वागत किया जाएगा। पत्रकारों नाल गलबात करदे मुख्यमंत्री ने कहा कि उन्हों का जर्मनी दौरा सूबे में आर्थिक गतिविधियों नूं वड्डा हुलारा देवेगा। भगवंत मान ने कहा कि बर्लिन, म्यूनिख ਅਤੇ फ्रैंकफर्ट के दौरे दौरान ਉਹ निर्माण, सैर सपाटा, फार्मास्यूटिकल ਅਤੇ होर खेतरां दीयां मोहरी कंपनियां नाल मुलाकात करनगे जो पंजाब विच निवेश करन दीयां इच्छुक हन। उन्होंने कहा कि समूचे यत्नां दा उद्देश ये यकीनी बनाउणा है कि पंजाब देश ਅਤੇ विश्व भर विच निवेश लई सब तो पसंदीदा स्थान वजों उभरे। मुख्यमंत्री ने सूबे नूं उद्योगिक धुरे वजों उभारन लई अपनी वचनबद्धता नूं दोहराउंदियां होए कहा कि सूबा सरकार इस लई कोई कसर बाकी नहीं छड़ रही। भगवंत मान ने कहा कि एक पासे सूबे के उद्योगिक विकास नूं हुलारा देण अते दूजे पासे नौजवानों लई रोजगार के नवे राह खोलण लई अणथक यतन किए जा रहे हैं। उन्होंने कहा कि पंजाब विच उद्योगिक विकास लई साजगार माहौल है, जिस कारण निवेशक सूबे विच आउण अते अपना कारोबार वधाउण विच दिलचस्पी विखा रहे हैं। आप सरकार अपने कीते वादे मुताबिक बेरोजगार नौजवानों को रोजगार के मौके उपलब्ध करवाउण लई लगातार कोशिश कर रही है। इन्हां विचों कुछ भर्तियां तो शुरू हो चुकियां ने। सरकार ने हुण फैसला लिया कि जल्द ही 8 विभागों में क्लास
2 ਤੋਂ ਲੈ ਕੇ ਕਲਾਸ 4 ਤੱਕ ਦੇ ਖਾਲੀ ਅਹੁਦਿਆਂ ਨੂੰ ਭਰਿਆ ਜਾਵੇਗਾ। ਇਸ ਲਈ ਸਰਕਾਰ ਨੇ ਉਕਤ ਵਿਭਾਗਾਂ ਨੂੰ ਕਿਸ ਰੈਂਕ ਦੀਆਂ ਪੋਸਟਾਂ ਖਾਲੀ ਹਨ ਇਸ ਨੂੰ ਦੱਸਣ ਲਈ ਕਮੇਟੀ ਦਾ ਗਠਨ ਕਰਕੇ ਸਾਰੇ ਪਹਿਲੂਆਂ ਤੇ ਵਿਚਾਰ ਚਰਚਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਮਾਨ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕਰਕੇ CMO ਨੂੰ ਰਿਪੋਰਟ ਦੇਣ। ਸਰਕਾਰ ਨੇ ਰਿਪੋਰਟ ਸੌਂਪਣ ਲਈ 30 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਵਿੱਚ ਦੱਸਣਾ ਹੋਵੇਗਾ ਕਿੰਨੇ ਅਹੁਦੇ ਕਲਾਸ 2 ਤੋਂ ਲੈ ਕੇ ਕਲਾਸ 4 ਤੱਕ ਦੇ ਮੁਲਾਜ਼ਮਾਂ ਦੇ ਅਹੁਦੇ ਖਾਲੀ ਹਨ। ਸਾਰੇ ਵਿਭਾਗਾਂ ਦੇ ਪ੍ਰਧਾਨਾਂ ਨੂੰ ਪੂਰਾ ਵੇਰਵਾ ਦੇਣਾ ਪਵੇਗਾ। ਪੰਜਾਬ ਸਰਕਾਰ ਨੇ ਸਿੱਖਿਆ, ਸਿਹਤ, ਰੈਵਨਿਊ, ਸੋਸ਼ਲ ਵੈਲਫੇਅਰ, ਪੰਜਾਬ ਪੁਲਿਸ, ਲੋਕਲ ਬਾਡੀ, ਪਬਲਿਕ ਹੈਲਥ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿੱਚ ਇਹ ਭਰਤੀ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਭਾਗਾਂ ਵਿੱਚ ਕਲਾਸ 2 ਤੋਂ ਲੈ ਕੇ ਕਲਾਸ 4 ਤੱਕ ਦੇ ਵੱਖ-ਵੱਖ ਅਹੁਦੇ ਖਾਲੀ ਪਏ ਹਨ। ਲੋਕਾਂ ਦੇ ਆਪਣੇ ਕੰਮ ਲਈ ਇੱਕ ਤੋਂ ਵੱਧ ਵਾਰ ਚੱਕਰ ਲਗਾਉਣੇ ਪੈਣੇ ਤੇ ਕਈ ਮੁਲਾਜ਼ਮਾਂ ਛੁੱਟੀ ਤੇ ਹੋਣ ਕਾਰਨ ਕਈ ਦਿਨਾਂ ਤੱਕ ਸੰਬੰਧਿਤ ਫਾਈਲਾਂ ਦਾ ਕੰਮ ਲਟਕਣਾ, ਇਹ ਸਾਰੇ ਮਾਮਲੇ ਜਾਰੀ ਨੇ ਕਿਉਂਕਿ ਛੁੱਟੀ ਤੇ ਗਏ ਮੁਲਾਜ਼ਮ ਦਾ ਕੰਮ ਦੇਖਣ ਲਈ ਕੋਈ ਨਹੀਂ ਹੁੰਦਾ। 8 ਵਿਭਾਗਾਂ ਦੇ ਜ਼ਿਲ੍ਹਾ ਪੱਧਰ ਤੇ ਲਗਭਗ 16,000 ਮੁਲਾਜ਼ਮਾਂ ਦੀ ਭਰਤੀ ਹੋਵੇਗੀ। ਇਹਨਾਂ ਵਿੱਚੋਂ ਜ਼ਿਆਦਾਤਰ ਜ਼ਿਲ੍ਹੇ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਪਬਲਿਕ ਡੀਲਿੰਗ ਵਾਲੇ ਖਾਲੀ ਅਹੁਦਿਆਂ ਤੇ ਹੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ ਕਿਉਂਕਿ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਜ਼ਿਲ੍ਹਿਆਂ ਵਿੱਚ ਖਾਲੀ ਅਹੁਦਿਆਂ ਤੇ ਤੁਰੰਤ ਭਰਤੀ ਦੀ ਗੁਹਾਰ ਲਗਾਈ ਸੀ। ਡਿਪਟੀ ਕਮਿਸ਼ਨਰਾਂ ਦੇ ਆਫਿਸ ਸਣੇ ਤਹਿਸੀਲਾਂ ਤੇ ਹੋਰ ਪਬਲਿਕ ਡੀਲਿੰਗ ਵਾਲਿਆਂ ਵਿੰਡੋ ਤੇ ਵੀ ਸਭ ਤੋਂ ਵੱਧ ਲੋਕ ਕੰਮ ਕਰਵਾਉਣ ਆਉਂਦੇ ਨੇ। ਸਥਾਨਕ ਨੇਤਾਵਾਂ ਕੋਲ ਮੁਲਾਜ਼ਮਾਂ ਦੀ ਕਮੀ ਤੋਂ ਲੈ ਕੇ ਸ਼ਿਕਾਇਤਾਂ ਆਉਂਦੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਸਰਕਾਰ ਸਮੇਂ ਹੋਏ ਵਜ਼ੀਫਾ ਘਪਲੇ ਦੀ ਜਾਂਚ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੂਰੇ ਘੁਟਾਲੇ ਦੀ ਜਾਂਚ ਵਿਜੀਲੈਂਸ ਵੱਲੋਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਜਾਂਚ ਲਈ ਵਿਜੀਲੈਂਸ ਦੇ ਹਵਾਲੇ ਸੰਬੰਧਿਤ ਸਾਰੇ ਦਸਤਾਵੇਜ਼ ਕੀਤੇ ਜਾਣਗੇ। ਦੱਸ ਦਈਏ ਕਿ ਕੇਂਦਰ ਵੱਲੋਂ ਦਲਿਤਾਂ ਅਤੇ ਘੱਟ ਗਿਣਤੀਆਂ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਤਹਿਤ ਅਨੁਸੂਚਿਤ ਜਾਤੀ, ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਦੇ ਬੱਚਿਆਂ ਅਤੇ ਘੱਟ ਗਿਣਤੀ ਪਰਿਵਾਰਾਂ ਦੇ ਬੱਚਿਆਂ ਨੂੰ 10ਵੀਂ ਦੀ ਪੜ੍ਹਾਈ ਤੋਂ ਬਾਅਦ ਉਚੇਰੀ ਸਿੱਖਿਆ ਲਈ ਵਜ਼ੀਫਾ ਰਾਸ਼ੀ ਦਿੱਤੀ ਜਾਂਦੀ ਸੀ। ਪਰ ਇਸ ਵਿੱਚ ਘਪਲੇ ਦੀ ਸ਼ੰਕਾ ਹੋਣ ਕਾਰਨ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਤਕਰੀਬਨ 350 ਕਰੋੜ ਰੁਪਏ ਦਾ ਇਹ ਘਪਲਾ ਦੱਸਿਆ ਜਾ ਰਿਹਾ ਹੈ। ਜਾਂਚ ਵਿੱਚ ਕਾਂਗਰਸ ਨਾਲ ਸੰਬੰਧਿਤ ਸਿਆਸਤਦਾਨਾਂ ਸਮੇਤ ਅਫਸਰਾਂ ਅਤੇ ਵਿਦਿਅਕ ਸੰਸਥਾਵਾਂ ਦੇ ਮਾਲਕ ਵੀ ਫਸ ਸਕਦੇ ਹਨ। ਕਾਂਗਰਸ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ 700 ਕਰੋੜ ਰੁਪਏ ਸਾਲਾਨਾ ਇਸ ਯੋਜਨਾ ਤਹਿਤ ਪੰਜਾਬ ਸਰਕਾਰ ਨੂੰ ਰਾਸ਼ੀ ਦਿੱਤੀ ਜਾਂਦੀ ਸੀ ਜੋ ਵਿਦਿਆਰਥੀਆਂ ਨੂੰ ਵੰਡੀ ਜਾਣੀ ਹੁੰਦੀ ਸੀ। ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ UPA ਸਰਕਾਰ ਤਾਂ ਪੂਰੀ ਰਾਸ਼ੀ ਦਿੰਦੀ ਸੀ, ਪਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਸ ਯੋਜਨਾ ਤਹਿਤ 60% ਰਾਸ਼ੀ ਕੇਂਦਰ ਅਤੇ 40% ਰਾਜਾਂ ਵੱਲੋਂ ਦਿੱਤੇ ਜਾਣ ਦੀ ਵਿਵਸਥਾ ਕੀਤੀ ਗਈ। CM ਮਾਨ ਨੇ ਕਿਹਾ ਕਿ ਸਰਕਾਰ ਇਹਨਾਂ ਬੇਨਿਯਮਾਂ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਲਈ ਵਚਨਬੱਧ ਹੈ ਤਾਂ ਕਿ ਦੋਸ਼ੀਆਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਮਿਲ ਸਕੇ। ਉਹਨਾਂ ਕਿਹਾ ਕਿ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਪਿਛਲੀਆਂ ਸਰਕਾਰਾਂ ਅਜਿਹੇ ਸਿਆਸਤਦਾਨਾਂ ਤੇ ਅਫਸਰਸ਼ਾਹਾਂ ਦੀ ਪੁਸ਼ਤ ਪਨਾਹੀ ਕਰਦੀਆਂ ਰਹੀਆਂ ਜੋ ਇਸ ਘਟਾਲੇ ਵਿੱਚ ਸ਼ਾਮਿਲ ਸਨ। ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਭਾਜਪਾ ਤੇ ਕਾਂਗਰਸ ਲੀਡਰਸ ਨੇ ਇੱਕ ਦੂਜੇ ਨਾਲ ਮਿਲੀਭੁਗਤ ਕਰ ਲਈ ਸੀ ਤਾਂ ਜੋ ਇਸ ਅਪਰਾਧ ਨੂੰ ਅੰਜਾਮ ਦੇਣ ਵਾਲੀਆਂ ਉੱਤੇ ਕਾਰਵਾਈ ਕਰਨ ਤੋਂ ਬਚਾਅ ਕੀਤਾ ਜਾ ਸਕੇ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।